ਸਤਿ ਸ਼੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦੇ ਸ਼ਲੋਕ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ। ਕੁਝ ਸ਼ਲੋਕ ਅਸੀਂ ਪਿਛਲੀ ਕਲਾਸ ਦੇ ਵਿੱਚ ਲਏ ਸਨ, ਕੁਝ ਅੱਜ ਅਤੇ ਕੁਝ ਅਗਲੇ ਭਾਗ ਦੇ ਵਿੱਚ ਅਸੀਂ ਇਹਨਾਂ ਦਾ ਚਰਚਾ ਕਰਾਂਗੇ। ਇਹ ਸਾਰੇ ਸ਼ਲੋਕ ਗੁਰੂ ਨਾਨਕ ਦੇਵ ਜੀ ਦੀ ਰਚਨਾ ਆਸਾ ਦੀ ਵਾਰ ਵਿੱਚੋਂ ਲਏ ਗਏ ਹਨ, ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਪਹਿਲਾ ਸ਼ਲੋਕ ਜੋ ਅੱਜ ਅਸੀਂ ਜਿਸ ਦੀ ਵਿਆਖਿਆ ਕਰਨ ਜਾ ਰਹੇ ਹਾਂ ਉਹ ਹੈ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ। ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਨੇ ਉਸ ਘਟਨਾ ਦੇ ਨਾਲ ਸੰਬੰਧਿਤ ਕਰਕੇ ਸਿਰਜਿਆ ਹੈ ਜਾਂ ਉਚਾਰਿਆ ਹੈ ਜਦੋਂ ਪਾਂਧੇ ਨੇ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਧਾਰਨ ਕਰਨ ਦੇ ਲਈ ਪ੍ਰੇਰਿਤ ਕੀਤਾ। ਤਾਂ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਤਰਕ ਦੇ ਆਧਾਰ 'ਤੇ ਬੜੇ ਦਾਰਸ਼ਨਿਕ ਅੰਦਾਜ਼ ਦੇ ਵਿੱਚ ਪਾਂਧੇ ਨੂੰ ਜਵਾਬ ਦਿੱਤਾ ਹੈ ਕਿ ਹੇ ਪਾਂਧੇ, ਹੇ ਪੰਡਿਤ, ਹੇ ਗਿਆਨੀ, ਜਿਸ ਜਨੇਊ ਦੀ ਤੂੰ ਗੱਲ ਕਰ ਰਿਹਾ ਹੈ ਇਹ ਜਨੇਊ ਜੋ ਹੈ ਕਪਾਹ ਦਾ ਬਣਿਆ ਹੋਇਆ ਹੈ। ਸੂਤ ਦੀਆਂ ਜੋ ਹਨ ਇਸ ਕਪਾਹ ਦੇ ਨਾਲ ਸੂਤ ਤਿਆਰ ਕਰਕੇ ਉਸ ਨੂੰ ਗੰਢਾਂ ਦੇ ਕੇ ਵੱਟਿਆ ਗਿਆ ਹੈ, ਪਰ ਇਹ ਜਨੇਊ ਜੋ ਹੈ ਕੱਚਾ ਹੈ, ਕੱਚੇ ਸੂਤ ਦਾ ਬਣਿਆ ਹੋਇਆ ਹੈ। ਮੈਂ ਇੱਕ ਪੱਕੇ ਜਨੇਊ ਨੂੰ ਧਾਰਨ ਕਰਨਾ ਚਾਹੁੰਦਾ ਹਾਂ ਜੋ ਆਤਮਿਕ ਜਨੇਊ ਹੈ, ਜੋ ਦਇਆ ਰੂਪੀ ਕਪਾਹ ਦਾ ਬਣਿਆ ਹੋਵੇ, ਸੰਤੋਖ ਰੂਪੀ ਸੂਤ ਨੂੰ ਉਸ ਦੇ ਵਿੱਚ ਵਰਤਿਆ ਗਿਆ ਹੋਵੇ ਔਰ ਜਤ ਸਤ ਦੀਆਂ ਜਿਸ ਨੂੰ ਗੰਢਾਂ ਲਾਈਆਂ ਗਈਆਂ ਹੋਣ, ਵੱਟ ਚੜਾਇਆ ਹੋ ਗਿਆ ਹੋਵੇ। ਭਾਵ ਮੈਂ ਅਜਿਹੇ ਜਨੇਊ ਨੂੰ ਧਾਰਨ ਕਰਨ ਦੀ ਤਾਕੀਦ ਕਰਦਾ ਹਾਂ ਜਿਸ ਜਨੇਊ ਨੂੰ ਧਾਰਨ ਕਰਨ ਦੇ ਨਾਲ ਮਨੁੱਖ ਦੇ ਹਿਰਦੇ ਦੇ ਵਿੱਚ ਦਇਆ ਭਾਵ ਪੈਦਾ ਹੋ ਜਾਣ, ਸੰਤੋਖ ਭਾਵ ਸੰਤੁਸ਼ਟੀ ਪੈਦਾ ਹੋ ਜਾਵੇ, ਮਨੁੱਖ ਦਾ ਜੋ ਹੈ ਮਨ ਇੰਨਾ ਉਸ ਦੇ ਵਿੱਚ ਕੋਮਲ ਹੋ ਜਾਵੇ ਜਾਂ ਸੰਵੇਦਨਸ਼ੀਲ ਹੋ ਜਾਵੇ ਕਿ ਦੂਸਰਿਆਂ ਦੇ ਦੁੱਖ ਸੁੱਖ ਨੂੰ ਵੇਖ ਕੇ ਉਸ ਦੇ ਹਿਰਦੇ ਵਿੱਚ ਦਇਆ ਭਾਵ ਪੈਦਾ ਹੋਣ ਔਰ ਦੂਜਿਆਂ ਦੇ ਕੰਮ ਆਉਣ ਦੀ ਭਾਵਨਾ ਪੈਦਾ ਹੋਵੇ। ਸੰਤੋਖ ਯਾਨੀ ਕਿ ਮਨੁੱਖ ਦੇ ਹਿਰਦੇ ਵਿੱਚੋਂ ਲੋਭ ਲਾਲਸਾ ਖਤਮ ਹੋ ਜਾਵੇ, ਸੰਤੁਸ਼ਟੀ ਪ੍ਰਾਪਤ ਹੋ ਜਾਵੇ। ਜਤ ਗੰਢੀ ਜਿਸ ਨੂੰ ਉੱਚੇ ਆਚਰਣ ਦੀਆਂ ਜਤ ਦੀਆਂ ਭਾਵ ਜੋ ਮਨੁੱਖ ਇਹ ਜਨੇਊ ਧਾਰਨ ਕਰਨ ਦੇ ਨਾਲ ਉਹ ਮਨੁੱਖ ਜੋ ਹੈ ਉਸ ਦਾ ਮਨ ਜਾਂ ਹਿਰਦਾ ਜੋ ਹੈ ਵਸ ਵਿੱਚ ਹੋ ਜਾਵੇ, ਜਤੀਆਂ ਸਤੀਆਂ ਵਾਂਗ, ਅਤੇ ਉੱਚੇ ਆਚਰਣ ਦਾ ਹੋ ਜਾਵੇ ਉਹ ਮਨੁੱਖ। ਭਾਵ ਅਜਿਹਾ ਜਨੇਊ ਜੇਕਰ ਤੇਰੇ ਕੋਲ ਹੈ ਤਾਂ ਉਹ ਧਾਰਨ ਕਰਨ ਦੇ ਲਈ ਮੈਂ ਤਿਆਰ ਹਾਂ, ਜਾਂ ਮਨੁੱਖ ਮਾਤਰ ਨੂੰ ਅਜਿਹਾ ਜਨੇਊ ਧਾਰਨ ਕਰਨ ਦੀ ਉਹ ਪ੍ਰੇਰਨਾ ਦੇ ਰਹੇ ਹਨ ਜੋ ਜਨੇਊ ਦਇਆ ਰੂਪੀ ਕਪਾਹ ਦਾ ਬਣਿਆ ਹੋਵੇ, ਸੰਤੋਖ ਰੂਪੀ ਸੂਤ ਦਾ ਕੱਤਿਆ ਹੋਵੇ ਔਰ ਜਤ ਦੀਆਂ ਗੰਢਾਂ ਅਤੇ ਸੱਤ ਦਾ ਉਸ ਨੂੰ ਵੱਟ ਚੜਾਇਆ ਗਿਆ ਹੋਵੇ। ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਹੇ ਪਾਂਧੇ, ਜੇਕਰ ਤੇਰੇ ਕੋਲ ਅਜਿਹਾ ਕੋਈ ਜਨੇਊ ਹੈ ਜੋ ਜੀ ਕਾ ਭਾਵ ਜਿਹੜਾ ਮਨ ਦੇ ਸਰੀਰ ਨੂੰ ਨਹੀਂ ਬਲਕਿ ਮਨ ਨੂੰ ਧਾਰਨ ਕੀਤਾ ਜਾਵੇ, ਜਿਸ ਜਨੇਊ ਨੂੰ ਪਹਿਨਣ ਦੇ ਨਾਲ ਮਨੁੱਖ ਦਾ ਹਿਰਦਾ ਜਿਹੜਾ ਹੈ, ਮਨ ਜੋ ਚੰਚਲ ਹੈ ਉਹ ਵਸ ਵਿੱਚ ਹੋ ਜਾਵੇ। ਜੇਕਰ ਅਜਿਹਾ ਕੋਈ ਜਨੇਊ ਤੇਰੇ ਕੋਲ ਆਤਮਿਕ ਉੱਚਾ ਸੁੱਚਾ ਜਨੇਊ ਹੈ ਜਿਸ ਨੂੰ ਧਾਰਨ ਕਰਨ ਦੇ ਨਾਲ ਮਨੁੱਖ ਦਾ ਹਿਰਦਾ ਪਰਿਵਰਤਨ ਹੋ ਜਾਵੇ, ਉਹ ਜਨੇਊ ਹੈ ਤਾਂ ਪਾਂਡੇ ਘੱਤ, ਮੇਰੇ ਗਲ ਦੇ ਵਿੱਚ ਪਾ ਦੇ। ਨਾ ਇਹ ਟੁੱਟੈ ਨਾ ਮਨ ਮਲ ਲੱਗੈ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ। ਭਾਵ ਜਿਸ ਜਨੇਊ ਦੀ ਮੈਂ ਗੱਲ ਕਰ ਰਿਹਾ ਹਾਂ ਉਹ ਜਨੇਊ ਨਾ ਤਾਂ ਟੁੱਟੇਗਾ ਕਿਉਂਕਿ ਇਹ ਕੱਚੇ ਸੂਤ ਦਾ ਨਹੀਂ ਬਣਿਆ ਹੋਇਆ, ਬਲਕਿ ਇਹ ਆਤਮਿਕ ਤੌਰ 'ਤੇ ਧਾਰਨ ਕੀਤਾ ਗਿਆ ਜਨੇਊ ਹੈ। ਨਾ ਤਾਂ ਇਹ ਟੁੱਟੇਗਾ ਕਦੇ ਵੀ, ਨਾ ਮਲ ਲੱਗੈ, ਨਾ ਇਸ ਨੂੰ ਸਰੀਰ ਦੇ ਭਾਵ ਵਿਸ਼ੇ ਵਿਕਾਰਾਂ ਦੀ, ਸਰੀਰ ਦੀ ਮੈਲ ਭਾਵ ਵਿਸ਼ੇ ਵਿਕਾਰਾਂ ਦੀ ਮੈਲ ਤੋਂ ਵੀ ਮੁਕਤ ਹੋਵੇਗਾ, ਨਾ ਇਹ ਜਲੈ। ਅਤੇ ਇਸ ਜਨੇਊ ਨੂੰ ਧਾਰਨ ਕਰਨ ਦੇ ਨਾਲ ਮਨੁੱਖ ਜੋ ਹੈ ਕਦੇ ਵੀ ਈਰਖਾ ਦੀ ਅਗਨੀ ਵਿੱਚ ਨਹੀਂ ਜਲੇਗਾ। ਭਾਵ ਦੂਜਿਆਂ ਨੂੰ ਵੇਖ ਕੇ ਈਰਖਾ, ਦਵੇਸ਼, ਸਾੜੇ ਦੀ ਭਾਵਨਾ ਉਸ ਮਨੁੱਖ ਦੇ ਹਿਰਦੇ ਵਿੱਚ ਪੈਦਾ ਨਹੀਂ ਹੋਏਗੀ, ਕਿਉਂਕਿ ਜਿਸ ਜਨੇਊ ਦੀ ਤੂੰ ਗੱਲ ਕਰ ਰਿਹਾ ਹੈ ਉਹ ਜਨੇਊ ਜੋ ਹੈ ਉਹ ਕੱਚਾ ਸੂਤ ਦਾ ਬਣਿਆ ਹੋਣ ਕਰਕੇ ਟੁੱਟ ਵੀ ਜਾਏਗਾ, ਉਸ ਨੂੰ ਸਰੀਰ ਦੀ ਮੈਲ ਵੀ ਲੱਗ ਜਾਏਗੀ ਅਤੇ ਉਹ ਜਲ ਵੀ ਸਕਦਾ ਹੈ ਅਗਨੀ ਦੇ ਨਾਲ। ਜਦੋਂ ਮਨੁੱਖ ਜੋ ਹੈ ਅੰਤਿਮ ਵੇਲੇ ਉਸਦੇ ਸਰੀਰ ਦੇ ਨਾਲ ਹੀ
ਉਹ ਜਨੇਊ ਕੱਚਾ ਜਿਹੜਾ ਹੈ ਸੜ ਜਾਏਗਾ। ਪਰ ਜਿਸ ਆਤਮਿਕ ਜਨੇਊ ਦੀ ਗੱਲ ਮੈਂ ਕਰ ਰਿਹਾ ਹਾਂ, ਨਾ ਤਾਂ ਉਹ ਕਦੀ ਟੁੱਟੇਗਾ, ਭਾਵ ਉਸ ਮਨੁੱਖ ਦਾ ਹਿਰਦਾ ਜਿਹੜਾ ਹੈ ਉਹ ਦ੍ਰਿੜ ਸੰਕਲਪੀ ਹੋ ਜਾਏਗਾ ਮਨੁੱਖ। ਉਸ ਨੂੰ ਵਿਸ਼ੇ ਵਿਕਾਰਾਂ ਦੀ ਮੈਲ ਉਸਦੇ ਹਿਰਦੇ ਨੂੰ ਕਲੰਕਿਤ ਨਹੀਂ ਕਰੇਗੀ। ਨਾ ਹੀ ਅਜਿਹਾ ਜਨੇਊ ਜੋ ਹੈ ਕਦੇ ਵੀ ਧਾਰਨ ਕਰਨ ਦੇ ਨਾਲ ਮਨੁੱਖ ਵਿਸ਼ੇ ਵਿਕਾਰਾਂ ਦੀ ਜਾਂ ਈਰਖਾ ਜਾਂ ਦਵੇਸ਼ ਦੀ ਅਗਨੀ ਵਿੱਚ ਜਲੇਗਾ। ਧੰਨ ਸੋ ਮਾਨਸ ਨਾਨਕਾ ਜੋ ਗਲਪ ਚੱਲੇ ਪਾਏ। ਫਿਰ ਗੁਰੂਦੇਵ ਕਹਿ ਰਹੇ ਨੇ ਕਿ ਧੰਨ ਹਨ ਉਹ ਮਨੁੱਖ। ਨਮਨ ਕੀਤਾ ਹੈ ਗੁਰੂਦੇਵ ਨੇ ਉਹਨਾਂ ਮਨੁੱਖਾਂ ਨੂੰ, ਉਹਨਾਂ ਮਾਨਸਾਂ ਨੂੰ ਨਮਨ ਕਰਦੇ ਹਨ, ਉਸ ਨੂੰ ਆਪਣਾ ਜੋ ਹੈ ਸਲਾਮ ਕਰਦੇ ਹਨ। ਧੰਨ ਹਨ ਉਹ ਲੋਕ ਜਿਹੜੇ ਇਸ ਸ੍ਰਿਸ਼ਟੀ 'ਤੇ ਆ ਕੇ, ਜਿਨ੍ਹਾਂ ਨੇ ਸੱਚੇ ਗੁਰੂ ਨੂੰ ਧਾਰਨ ਕੀਤਾ ਹੈ, ਉਸ ਦੀਆਂ ਸਿੱਖਿਆਵਾਂ 'ਤੇ ਅਮਲ ਕਰਦਿਆਂ ਹੋਇਆਂ ਅਜਿਹੇ ਜਤ ਸਤ ਨੂੰ ਆਪਣੇ ਨੂੰ ਕਾਇਮ ਰੱਖਿਆ ਹੈ ਕਿ ਜਤ ਸਤ ਦਾ ਅਜਿਹਾ ਪੱਕਾ ਜਨੇਊ ਗਲ ਵਿੱਚ ਮਨ ਨੂੰ ਧਾਰਨ ਕਰਕੇ, ਮਨ ਦੀ ਚੰਚਲਤਾ 'ਤੇ ਵਸ ਕਰਕੇ, ਮਨ ਦੀ ਚੰਚਲਤਾ ਜੋ ਹੈ ਉਸ ਨੂੰ ਆਪਣੇ ਵਸ ਵਿੱਚ ਕਰ ਲਿਆ ਹੈ। ਮਨ ਨੂੰ ਵਸ ਵਿੱਚ ਕਰਕੇ ਉਸ ਨੂੰ ਵਿਸ਼ੇ ਵਿਕਾਰਾਂ ਬਾਰੇ ਸੋਚਣ ਤੋਂ ਜਾਂ ਵਿਸ਼ੇ ਵਿਕਾਰਾਂ ਵੱਲ ਜਾਣ ਤੋਂ ਰੋਕ ਲਿਆ ਹੈ, ਹੋੜ ਲਿਆ ਹੈ। ਅਜਿਹੇ ਮਨੁੱਖ ਜੋ ਹਨ ਉਹਨਾਂ ਦਾ ਦੁਨੀਆ 'ਤੇ ਆਉਣਾ ਸਫਲ ਹੋ ਗਿਆ ਹੈ। ਫਿਰ ਗੁਰੂਦੇਵ ਕਹਿ ਰਹੇ ਹਨ ਕਿ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ। ਇਸ ਸ਼ਲੋਕ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਨੇ ਇੱਕ ਅੰਧ ਵਿਸ਼ਵਾਸ ਜੋ ਹੈ ਮਨੁੱਖ ਜਾਤੀ ਦੇ ਵਿੱਚ ਧਰਮ ਦੇ ਆਧਾਰ 'ਤੇ, ਕਿ ਜੋ ਹਿੰਦੂ ਹਨ ਉਹ ਮੁਰਦੇ ਨੂੰ ਜਲਾਉਂਦੇ ਹਨ ਅਤੇ ਜਿਹੜੇ ਮੁਸਲਮਾਨ ਹਨ ਉਹ ਮੁਰਦੇ ਨੂੰ ਦਫਨਾਉਂਦੇ ਹਨ। ਹਿੰਦੂ ਸੋਚਦੇ ਹਨ ਕਿ ਦਫਨਾਉਣਾ ਪਾਪ ਹੈ ਮੁਰਦੇ ਨੂੰ ਕਬਰ ਦੇ ਵਿੱਚ, ਔਰ ਮੁਸਲਮਾਨ ਸੋਚਦੇ ਹਨ ਕਿ ਮੁਰਦੇ ਨੂੰ ਜਲਾਉਣਾ ਪਾਪ ਹੈ, ਕਿਉਂਕਿ ਕਿਆਮਤ ਵਾਲੇ ਦਿਨ ਜੋ ਹੈ ਹਸ਼ਰ ਦਿਹਾੜੇ ਸਾਰੀਆਂ ਜਿਹੜੀਆਂ ਕਬਰਾਂ ਦੇ ਵਿੱਚ ਸੁੱਤੀਆਂ ਹੋਈਆਂ ਰੂਹਾਂ ਨੇ ਉਹ ਜਿਹੜੀਆਂ ਨੇ ਜਾਗ ਜਾਣਗੀਆਂ, ਉੱਠ ਜਾਣਗੀਆਂ। ਉਹਨਾਂ ਦੀ ਇੱਕ ਆਪਣੀ ਧਾਰਨਾ ਹੈ, ਪਰ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦੋਹਾਂ ਧਾਰਨਾਵਾਂ 'ਤੇ ਕਾਂਟਾ ਫੇਰਦਿਆਂ ਹੋਇਆਂ ਕਿਹਾ ਹੈ, ਮਿਸਾਲ ਦੇ ਕੇ ਦ੍ਰਿਸ਼ਟਾਂਤ ਦੇ ਰਾਹੀਂ ਗੱਲ ਸਮਝਾਈ ਹੈ ਕਿ ਇਹ ਜੋ ਰੀਤਾਂ ਹਨ, ਇਹ ਰਸਮੋ ਰਿਵਾਜ ਹਨ, ਇਹ ਮਨੁੱਖ ਦੇ ਲਈ ਭਲੇ ਲਈ ਕਾਇਮ ਹੋਏ ਸਨ, ਪਰ ਮਨੁੱਖ ਨੇ ਉਹਨਾਂ ਵਿਸ਼ਵਾਸਾਂ ਦੇ ਉੱਪਰ ਅੰਨਾ ਵਿਸ਼ਵਾਸ ਕਰਕੇ ਉਸ ਨੂੰ ਅੰਧ ਵਿਸ਼ਵਾਸ ਦੇ ਵਿੱਚ ਬਦਲ ਦਿੱਤਾ ਹੈ। ਅਤੇ ਅੰਧ ਵਿਸ਼ਵਾਸੀ ਮਨੁੱਖ ਜਿਹੜਾ ਹੈ ਉਹ ਕਦੇ ਵੀ ਨਾ ਖੁਦ ਦਾ ਭਲਾ ਕਰ ਸਕਦਾ ਹੈ, ਨਾ ਸਮਾਜ ਦਾ, ਨਾ ਦੇਸ਼ ਦਾ, ਕਿਉਂਕਿ ਅੰਧ ਵਿਸ਼ਵਾਸ ਦੇ ਨਾਲ ਭਰਿਆ ਹੋਇਆ ਮਨੁੱਖ ਜੋ ਹੈ ਕਦੇ ਆਪਣੀ ਬੁੱਧੀ ਦਾ ਸਕਾਰਾਤਮਕ ਪ੍ਰਯੋਗ ਹੀ ਨਹੀਂ ਕਰ ਸਕਦਾ, ਸਹੀ ਢੰਗ ਦੇ ਨਾਲ ਸੋਚ ਹੀ ਨਹੀਂ ਸਕਦਾ। ਕਿਉਂਕਿ ਮਨੁੱਖ ਜੋ ਹੈ ਸਾਰੀ ਸ੍ਰਿਸ਼ਟੀ ਦੇ ਸਾਰੇ ਜਾਨਵਰਾਂ ਦੇ ਨਾਲੋਂ ਸ੍ਰੇਸ਼ਟ ਪ੍ਰਾਣੀ ਹੈ। ਮਨੁੱਖ ਅਤੇ ਪਸ਼ੂ ਵਿੱਚ ਅੰਤਰ ਇਹੀ ਹੈ ਕਿ ਮਨੁੱਖ ਦੇ ਕੋਲ ਦਿਮਾਗ ਹੈ, ਉਸਦੇ ਕੋਲ ਸੋਚਣ ਸਮਝਣ ਦੀ ਸ਼ਕਤੀ ਹੈ, ਪਰ ਜੇਕਰ ਮਨੁੱਖ ਆਪਣੇ ਅੰਧ ਵਿਸ਼ਵਾਸ 'ਤੇ ਕਾਇਮ ਰਹੇਗਾ ਅਤੇ ਉਹ ਦਿਮਾਗ ਦੀ ਵਰਤੋਂ ਨਹੀਂ ਕਰੇਗਾ, ਉਸ ਨੂੰ ਜੋ ਹੈ ਵਰਤੋਂ ਦੇ ਵਿੱਚ ਲਿਆਏਗਾ ਨਹੀਂ, ਕਿਸੇ ਵੀ ਘਟਨਾ ਬਾਰੇ ਤਰਕ ਦੇ ਆਧਾਰ 'ਤੇ ਸੋਚੇਗਾ ਨਹੀਂ, ਅਤੇ ਅਜਿਹਾ ਮਨੁੱਖ ਜੋ ਹੈ ਉਹ ਪਸ਼ੂ ਦੇ ਸਮਾਨ ਹੈ। ਅਜਿਹਾ ਮਨੁੱਖ ਸਮਾਜ ਦਾ ਵੀ ਨੁਕਸਾਨ ਕਰਦਾ ਹੈ ਅਤੇ ਆਪਣੇ ਆਪੇ ਦਾ ਵੀ ਨੁਕਸਾਨ ਕਰਦਾ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਮਿਸਾਲ ਦੇ ਕੇ ਸਮਝਾਇਆ ਹੈ ਕਿ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਕਿ ਜੇਕਰ ਮੁਸਲਮਾਨ, ਇੱਥੇ ਮੁਸਲਮਾਨ ਦੇ ਵੀ ਦੋ ਅਰਥ ਹਨ। ਜੇਕਰ ਅਸੀਂ ਇਸ ਨੂੰ ਮੁਸਲਮਾਨ ਜੋ ਹੈ ਇਸਲਾਮ ਨੂੰ ਮੰਨਣ ਵਾਲਿਆਂ ਨੂੰ ਵੀ ਕਿਹਾ ਜਾਂਦਾ ਹੈ, ਅਤੇ ਦੂਸਰਾ ਹੈ ਮੁਸਲ ਤੋਂ ਭਾਵ ਹੈ ਦੇਹ ਜਾਂ ਸਰੀਰ, ਅਤੇ ਮਾਣ ਤੋਂ ਭਾਵ ਹੈ ਹੰਕਾਰ। ਭਾਵ ਜੋ ਮਨੁੱਖ ਇਸ ਸੰਸਾਰ 'ਤੇ ਆ ਕੇ ਮਨੁੱਖ ਆਪਣੇ ਦੇਹ ਦਾ, ਆਪਣੀ ਮਨੁੱਖਾ ਦੇਹ ਦਾ ਮਾਣ ਕਰਦਾ ਹੈ, ਹੰਕਾਰ ਕਰਦਾ ਹੈ, ਉਸ ਨੂੰ ਹੰਕਾਰੀ ਮਨੁੱਖ ਕਿਹਾ ਜਾਂਦਾ ਹੈ, ਔਰ ਉਸ ਦਾ ਵਿਨਾਸ਼ ਜੋ ਹੈ ਉਹ 100% ਹੋਣਾ ਹੀ ਹੋਣਾ ਹੈ, ਇਹ ਨਿਸ਼ਚਿਤ ਹੈ। ਸੋ ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਨੇ ਜੋ ਤੱਥ ਕਿਹਾ, ਇਸ ਨੂੰ ਇਸ ਨਾਲ ਵੀ ਜੋੜਿਆ ਜਾਂਦਾ ਹੈ ਜਾਂ ਇਸ ਦੇ ਅਰਥ ਕੱਢੇ ਜਾਂਦੇ ਹਨ ਕਿ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਕਿ ਜਿਹੜੇ ਕਬਰਾਂ ਵਿੱਚ ਦੱਬੇ ਹੋਏ ਮੁਸਲਮਾਨ ਨੇ, ਕਿ ਮੁਸਲਮਾਨਾਂ ਦੀ ਰੀਤ ਦੇ ਅਨੁਸਾਰ ਮਰਨ ਤੋਂ ਬਾਅਦ ਮਨੁੱਖ ਨੂੰ ਕਬਰ ਦੇ ਵਿੱਚ ਦਫਨਾਇਆ ਜਾਂਦਾ ਹੈ, ਪਰ ਉਹ ਕਬਰ ਜਿਹੜੀ ਹੈ ਉਸ ਦੀ ਮਿੱਟੀ ਬੜੀ ਚੀਕਣੀ ਹੋ ਜਾਂਦੀ ਹੈ। ਸੋ ਉਹ ਚੀਕਣੀ ਮਿੱਟੀ ਜਿਹੜੀ ਹੈ ਘੁਮਿਆਰ ਉਸ ਨੂੰ ਲੈ ਕੇ ਆਪਣੇ ਘਰ ਲਿਆ ਕੇ ਘੁਮਿਆਰ ਦੇ ਪੇੜਾ ਭਾਵ ਵੱਸ ਪੈ ਜਾਂਦੀ ਹੈ, ਅਤੇ ਘੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ। ਉਸ ਕਬਰ ਦੀ ਮਿੱਟੀ
ਦੇ ਵਿੱਚੋਂ ਲਿਆ ਕੇ ਕਵੀ ਕਹਿ ਰਿਹਾ ਹੈ ਕਿ ਉਸ ਮਿੱਟੀ ਤੋਂ ਭਾਂਡੇ ਘੜਦਾ ਹੈ, ਇੱਟਾਂ ਘੜਦਾ ਹੈ। ਇੱਟਾਂ ਭਾਂਡੇ ਘੜ ਕੇ ਉਸ ਨੂੰ ਆਵੀ 'ਤੇ ਲਾਇਆ ਜਾਂਦਾ ਹੈ। ਆਵੀ ਜਦੋਂ ਜਲਦੀ ਹੈ ਅਤੇ ਉਹ ਮਿੱਟੀ ਜਿਹੜੀ ਹੈ ਤਿੜ ਤਿੜ ਕਰਦੀ ਹੋਈ ਤਿੜਕਦੀ ਹੈ। ਭਾਵ ਜੇਕਰ ਇਹ ਰੀਤ ਹੈ ਕਿ ਮੁਸਲਮਾਨ ਨੂੰ ਦਫਨਾਉਣਾ ਹੀ ਹੈ, ਜਲਾਉਣਾ ਪਾਪ ਹੈ, ਅਤੇ ਇਹ ਕੋਈ ਜ਼ਰੂਰੀ ਨਹੀਂ ਕਿ ਉਹ ਮੁਸਲਮਾਨ ਦੀ ਕਬਰ ਦੀ ਮਿੱਟੀ ਜਿਹੜੀ ਹੈ ਉਹ ਸਦਾ ਲਈ ਉੱਥੇ ਪਈ ਰਹੇਗੀ। ਉਸ ਤੋਂ ਕੋਈ ਘੁਮਿਆਰ ਭਾਂਡੇ ਕੱਢ ਕੇ ਉਸ ਨੂੰ ਆਵੀ ਦੇ ਵਿੱਚ ਲਗਾ ਸਕਦਾ ਹੈ, ਜਿਸ ਦੇ ਨਾਲ ਉਹ ਮਿੱਟੀ ਜਿਹੜੀ ਹੈ ਸੜ ਕੇ ਸੜਦੀ ਹੋਈ ਪੁਕਾਰ ਕਰਦੀ ਹੈ, ਜਿਵੇਂ ਉਹਦੇ ਵਿੱਚੋਂ ਤਿੜਕਣ ਦੀਆਂ ਆਵਾਜ਼ਾਂ ਆਉਂਦੀਆਂ ਹਨ। ਜਲ ਜਲ ਰੋਵੈ ਬਪੁੜੀ, ਝੜ ਝੜ ਪਵੈ ਅੰਗਿਆਰ। ਗੁਰੂਦੇਵ ਕਹਿ ਰਹੇ ਨੇ ਕਿ ਜਲ ਜਲ ਰੋਵੈ ਬਪੁੜੀ, ਉਹ ਮਿੱਟੀ ਜਿਹੜੀ ਹੈ ਉਹ ਜਲਦੀ ਹੋਈ ਜਦੋਂ ਉਹਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਹਨ ਤਿੜਕਣ ਦੀਆਂ, ਅਤੇ ਐਂ ਲੱਗਦਾ ਹੈ ਜਿਵੇਂ ਦੁਹਾਈਆਂ ਦੇ ਰਹੀ ਹੈ। ਉਸਦੇ ਹੌਲੀ ਹੌਲੀ ਜਲਣ ਤੋਂ ਬਾਅਦ, ਸੜਨ ਤੋਂ ਬਾਅਦ ਉਸਦੇ ਅੰਗਿਆਰ ਬਣ ਜਾਂਦੇ ਹਨ। ਨਾਨਕ ਜਿਨ ਕਰਤੈ ਕਾਰਨ ਕੀਆ, ਸੋ ਜਾਣੈ ਕਰਤਾਰ। ਗੁਰੂ ਨਾਨਕ ਦੇਵ ਜੀ ਕਹਿ ਕਿ ਹੇ ਮਨੁੱਖ, ਜਿਨ ਕਰਤੈ ਕਾਰਨ ਕੀਆ, ਭਾਵ ਇਹ ਜੋ ਰੀਤਾਂ ਨੇ, ਜੋ ਅੰਧ ਵਿਸ਼ਵਾਸ ਨੇ, ਇਹ ਮਨੁੱਖ ਦੇ ਬਣਾਏ ਹੋਏ ਨੇ। ਕਿਉਂਕਿ ਜਿਸ ਪਰਮਾਤਮਾ ਨੇ, ਜਿਸ ਉਸ ਅਦਿੱਖ ਸ਼ਕਤੀ ਨੇ, ਜਾਂ ਜਿਸ ਨੇ ਇਸ ਬ੍ਰਹਮੰਡ ਦੀ ਸਿਰਜਣਾ ਕੀਤੀ ਹੈ, ਜਿਨ ਕਰਤੈ ਯਾਨੀ ਕਿ ਸਿਰਜਣਹਾਰ, ਸ੍ਰਿਸ਼ਟੀ ਦਾ ਸਿਰਜਕ ਜੋ ਹੈ, ਇਹ ਸਾਰੀ ਸ੍ਰਿਸ਼ਟੀ ਜਿਸ ਕਾਰਨ ਵਾਸਤੇ ਬਣਾਈ ਹੈ, ਸੋ ਜਾਣੈ ਕਰਤਾਰ, ਉਹੀ ਇਸ ਦੇ ਰਹੱਸ ਨੂੰ ਜਾਣਦਾ ਹੈ, ਸਮਝਦਾ ਹੈ। ਉਸ ਦੇ ਇਹ ਰਹੱਸ ਨੂੰ ਜਾਂ ਇਸ ਭੇਦ ਨੂੰ ਕੋਈ ਮਨੁੱਖ ਨਹੀਂ ਜਾਣ ਸਕਦਾ। ਇਹ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਮਨੁੱਖ ਜੋ ਹੈ ਆਪਣੀ ਬੁੱਧੀ ਅਨੁਸਾਰ ਸੋਚਦਾ ਹੈ ਔਰ ਆਪਣੇ ਬਾਰੇ ਸੋਚਦਾ ਹੈ, ਆਪਣੇ ਬਾਰੇ, ਆਪਣੇ ਸਮਾਜ ਬਾਰੇ, ਸਿਰਫ ਆਪਣੇ ਧਰਮ ਬਾਰੇ ਜਾਂ ਆਪਣੇ ਵਰਗ ਬਾਰੇ ਸੋਚਦਾ ਹੈ। ਪਰ ਜਿਹੜਾ ਕਾਦਰ ਹੈ, ਉਹ ਕਰਤਾ ਹੈ, ਸ੍ਰਿਸ਼ਟੀ ਦਾ ਸਿਰਜਣਹਾਰ ਜੋ ਹੈ, ਉਹ ਸਮੁੱਚੀ ਸ੍ਰਿਸ਼ਟੀ ਬਾਰੇ ਸੋਚਦਾ ਹੈ। ਉਸ ਦੀ ਸੋਚ ਪਿੱਛੇ ਕੀ ਹੈ, ਕੀ ਰਹੱਸ ਹੈ, ਉਹ ਸਿਰਫ ਉਹ ਆਪੇ ਜਾਣਦਾ ਹੈ, ਜਿਸ ਨੇ ਇਸ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ। ਇਸ ਲਈ ਹੇ ਮਨੁੱਖ, ਇਹ ਤੇਰੇ ਅੰਧ ਵਿਸ਼ਵਾਸ ਜਿਹੜੇ ਨੇ, ਇਹਨਾਂ ਤੋਂ ਮੁਕਤ ਹੋਣਾ ਤੇਰਾ ਪਹਿਲਾ ਧਰਮ ਹੈ। ਮਨੁੱਖ ਦਾ ਧਰਮ ਇਹੀ ਹੈ ਕਿ ਉਹ ਮਨੁੱਖ ਹੋਣ ਦੇ ਧਰਮ ਨੂੰ ਨਿਭਾਏ, ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਏ, ਨਾ ਕਿ ਦੁਨਿਆਵੀ ਅੰਧ ਵਿਸ਼ਵਾਸਾਂ ਦੇ ਚੱਕਰਾਂ ਦੇ ਵਿੱਚ ਪੈ ਕੇ ਆਪਣਾ ਅਤੇ ਆਪਣੇ ਸਮਾਜ ਦਾ, ਆਪਣੇ ਦੇਸ਼ ਦਾ ਨਾਸ਼ ਕਰੇ।